ਬਰੈਂਪਟਨ ਪਿਛਲੇ 22 ਸਾਲ ਤੋਂ ਜਿਹੜਾ 22 ਸਾਲ ਪਹਿਲਾਂ ਸੀ ਔਰ ਜਿਹੜਾ ਅੱਜ ਹੈਗਾ ਚ ਜ਼ਮੀਨ ਅਸਮਾਨ ਦਾ ਫਰਕ ਹੋ ਗਿਆ। ਬਰੈਂਪਟਨ ਬਹੁਤ ਅੱਛਾ ਸੀਗਾ ਜਦੋਂ ਅਸੀਂ ਆਏ, ਹੁਣ ਉਹ ਚੀਜ਼ ਹਲੇ ਸਾਡੇ ਬੱਚੇ ਵੀ ਫੀਲ ਕਰਦੇ ਨੇ ਕਿ ਉਹ ਹੈ ਨਹੀਂ ਗੀ। ਔਰ ਕਈ ਵਾਰੀ ਤਾਂ ਇੱਦਾਂ ਸੋਚਿਆ ਕਿ ਅਸੀਂ ਬਰੈਂਪਟਨ ਤੋਂ ਬਾਹਰ ਚਲੇ ਜਾਈਏ। ਹੁਣ ਪਾਰਟਿਸਪੇਸ਼ਨ ਦੇਖੋ ਕਿੰਨੇ ਪ੍ਰੋਜੈਕਟ ਹੋ ਰਹੇ ਬਰੈਂਪਟਨ 'ਚ, ਹਾਈ ਲੈਵਲ 'ਤੇ ਚੱਲ ਰਹੇ ਨੇ, ਵੱਡੇ ਵੱਡੇ ਬਿਲੀਅਨ ਡਾਲਰਸ ਦੇ। ਉਹਦੇ 'ਚ ਕਿੰਨੀ ਕੁ ਰੈਜ਼ੀਡੈਂਸ ਦੀ ਪਾਰਟਿਸਪੇਸ਼ਨ ਹੈਗੀ ਹੈ? ਠੀਕ ਹੈ, ਹਾਰਡਲੀ 2% ਦੇਊਗਾ। ਤੁਸੀਂ ਇਸ਼ੂਜ਼ ਤਾਂ ਕਹਿ ਲਈਏ ਕਿ ਡਾਇਗਨੋਸ ਕਰ ਲਏ, ਸੋਲਿਊਸ਼ਨਸ ਕੀ ਦੇਖਦੇ ਹੋ ਫਿਰ ਇਹਨੂੰ? ਤੁਸੀਂ ਜੇ ਚੁਣੇ ਜਾਂਦੇ ਹੋ, ਕੀ ਇਹੋ ਜਿਹਾ ਰੋਡ ਮੈਪ ਲੈ ਕੇ ਚੱਲੇ ਹੋ? ਅਸੀਂ ਸਾਰੇ ਆਵਾਜ਼ ਉਠਾ ਰਹੇ ਕਿ ਸਾਨੂੰ ਤੀਸਰਾ ਹਸਪੀਟਲ ਚਾਹੀਦਾ ਹੈ। ਜੀ ਜੀ, ਯੈਸ ਚਾਹੀਦਾ, ਲੇਕਿਨ ਕਿਆ ਉਹਦੇ ਨਾਲ ਸਾਡੀ ਕਰੰਟ ਜਿਹੜੀ ਪ੍ਰੋਬਲਮ ਹੈ ਉਹ ਹੱਲ ਹੋ ਜਾਏਗੀ? ਨਹੀਂ ਹੋਏਗੀ। ਕ੍ਰਾਈਮ ਨੂੰ ਲੈ ਕੇ ਲੋਕਾਂ 'ਚ ਬੜੀ ਚਿੰਤਾ, ਚੋਰੀਆਂ ਬਹੁਤ ਵੱਧ ਰਹੀਆਂ ਨੇ, ਮਾਰ ਤਾੜ, ਡਾਕੇ, ਚੋਰੀਆਂ ਜਿਹੜੀਆਂ ਨੇ ਉਹ ਹੁਣ ਆਮ ਜਿਹੀਆਂ ਹੋ ਗਈਆਂ ਨੇ, ਖਾਸ ਤੌਰ 'ਤੇ ਜਦੋਂ ਬਰੈਂਪਟਨ ਦਾ ਜ਼ਿਕਰ ਚੱਲਦਾ। ਉਹਨਾਂ ਕੋਲ ਇੰਨੀ ਫੋਰਸ ਨਹੀਂ ਹੈਗੀ, ਉਹਨਾਂ ਨੇ ਨੀਚੇ ਲੈਵਲ ਦੇ ਛੋਟੇ ਛੋਟੇ ਕ੍ਰਾਈਮਸ ਨੂੰ ਓਵਰਲੁੱਕ ਕਰਨਾ ਸ਼ੁਰੂ ਕਰ ਦਿੱਤਾ, ਵੱਡੇ ਕ੍ਰਾਈਮਸ ਨੂੰ ਪ੍ਰਾਇੋਰਟੀ ਦੇ ਰਹੇ ਨੇ। ਵਨ ਆਫ ਦੀ ਬਿਗੇਸਟ ਜਿਹੜੇ ਵਾਰਡ ਨੰਬਰ 6 ਦੀ ਗੱਲ ਕਰੀਏ ਏਰੀਆ ਵਾਈਜ਼, ਬੇਸ਼ੱਕ ਪਾਪੂਲੇਸ਼ਨ ਵਾਈਜ਼ ਤਾਂ ਨਹੀਂ ਹੋਏਗਾ, ਪਰ 6 ਜਿਹੜਾ ਵਾਰਡ ਤੁਹਾਡੇ ਹਿੱਸੇ ਆ ਰਿਹਾ, ਕਿਵੇਂ ਡੀਲ ਕਰ ਰਹੇ ਹੋ ਸਾਰਾ? ਜੇ ਆਈ ਐਮ ਟਰਾਈਂਗ ਮਾਈ ਬੈਸਟ, ਬਹੁਤ ਕੋਸ਼ਿਸ਼ ਕਰ ਰਿਹਾ, ਬਟ 6 ਰੀਅਲੀ ਬਿਗ ਹੈਗਾ। ਇੱਕ ਤਾਂ ਦੂਸਰਾ ਸਾਰੇ ਦੇ ਸਾਰੇ ਵਾਰਡਸ ਨਾਲੋਂ ਵੱਡਾ ਹਾਂਜੀ, ਇੱਕ ਤਾਂ ਇਹ ਹੈਗਾ ਬੋਵੇਰ ਤੋਂ ਨਾਰਥ ਮੇਫੀਲਡ ਤੱਕ, ਤੇ ਮਿਸਾਗਾ ਰੋਡ ਤੋਂ ਬਾਅਦ ਇਹ ਬਿਲਕੁਲ ਵਿਸਟਰ ਚਰਚਿਲ ਦੇ ਨਾਲ ਸਟੀਲਸ ਤੱਕ ਚਲੇ ਜਾਂਦਾ, 407 ਤੱਕ ਚਲੇ ਜਾਂਦਾ, ਉਧਰ ਸਟੀਲ ਔਰ ਮੇਵਿਸ ਦੇ ਇੰਟਰਸੈਕਸ਼ਨ ਤੱਕ ਹੈਗਾ। ਇਹਨਾਂ ਨੂੰ ਹੈਂਡਲ ਕਰਨ ਲਈ ਜ਼ਿਆਦਾ ਟੀਮਸ ਤਾਂ ਨਹੀਂ ਹੈਗੀਆਂ, ਬਟ ਮੈਂ ਕੋਸ਼ਿਸ਼ ਕਰ ਰਿਹਾ ਇੱਕ ਦਿਨ ਉਧਰ ਤੇ ਇੱਕ ਦਿਨ ਉਧਰ ਚਲੇ ਜਾਵਾਂ। ਵੈਰੀ ਗੁੱਡ। ਸੋ ਥੋੜ੍ਹਾ ਜਿਹਾ ਵਿਜੇ ਜੀ ਆਪਣੇ ਬਾਰੇ ਦੱਸਣਾ ਚਾਹੋ, ਬਹੁਤ ਸਾਰੇ ਸਾਡੇ ਸਰੋਤੇ ਜਿਹੜੇ ਨੇ ਜਾਣਨਾ ਚਾਹੁੰਦੇ ਹੋਣਗੇ ਵਿਜੇ ਮਾਹਿਰ ਹੋਰਾਂ ਬਾਰੇ, ਕੀ ਪ੍ਰੋਫੈਸ਼ਨ ਹੈ ਆਪਣਾ, ਬੈਕਗਰਾਊਂਡ ਸੋਸ਼ਲੀ ਪੋਲੀਟੀਕਲੀ ਕਦੋਂ ਤੋਂ ਇਨਵੋਲਵ ਹੈਗੇ ਹੋ, ਕੀ ਥੋੜ੍ਹਾ ਜਿਹਾ ਆਪਣੇ ਬਾਰੇ ਭੂਮਿਕਾ ਦੱਸਣੀ ਚਾਹੋ? ਮੈਂ ਪਹਿਲੀ ਗੱਲ ਤਾਂ ਇਹ ਕਹਿਣਾ ਚਾਹੁੰਦਾ ਜੀ, ਮੈਂ ਪੋਲੀਟੀਸ਼ੀਅਨ ਨਹੀਂ ਹੈਗਾ ਅਤੇ ਪੋਲੀਟੀਕਲੀ ਨਹੀਂ ਆਇਆ। ਮੇਰੀ ਬੈਕਗਰਾਊਂਡ ਇਹ ਹੈਗੀ ਹੈ ਕਿ ਮੈਂ ਚੰਡੀਗੜ੍ਹ ਤੋਂ PGI ਤੋਂ ਮਾਸਟਰਸ ਕੀਤੀ ਹੈ ਆਪਣੀ, ਉਸ ਤੋਂ ਬਾਅਦ ਮੈਂ PGI 14 ਸਾਲ ਜੌਬ ਕੀਤੀ ਹੈ। ਫਿਰ 97 ਦੇ ਵਿੱਚ ਕੈਨੇਡਾ ਆਇਆ ਅਤੇ ਇੱਥੇ ਆ ਕੇ ਮੈਨੂੰ ਦੁਬਾਰਾ ਤੋਂ ਆਪਣਾ ਕਰੀਅਰ ਸਟਾਰਟ ਕਰਨਾ ਪਿਆ। ਸੋ ਫਸਟ 3 years ਵਾਜ਼ ਟਫ। ਮੈਂ ਆਪਣੀ ਵੇਅਰ ਹਾਊਸ 'ਚ ਜੌਬ ਕੀਤੀ ਹੈ, ਉਸ ਤੋਂ ਬਾਅਦ ਨਾਲ ਸਟੱਡੀ ਕੀਤੀ ਹੈ IT ਦੇ ਵਿੱਚ, ਅਤੇ ਇਹ ਤੋਂ ਬਾਅਦ ਮੈਨੂੰ ਕੈਨੇਡੀਅਨ ਟਾਇਰ ਦੇ ਵਿੱਚ IT ਦੀ ਜੌਬ ਮਿਲੀ। 22 ਸਾਲ ਤੋਂ ਮੈਂ ਉਹੀ ਜੌਬ ਕਰ ਰਿਹਾ ਉੱਥੇ। ਅੱਛਾ ਜੀ, ਵੈਰੀ ਗੁੱਡ। ਅਤੇ ਹੁਣ ਬਰੈਂਪਟਨ 'ਚ ਰਹਿੰਦੇ ਮੈਨੂੰ 22 ਸਾਲ ਹੋ ਗਏ ਐਕਚੁਅਲੀ। ਸੋ ਪਹਿਲਾਂ ਪੋਲੀਟੀਕਲੀ ਕੋਈ ਕਿਸੇ ਤਰ੍ਹਾਂ ਦੀ ਕੋਈ ਖਾਸ ਇਨਵੋਲਵਮੈਂਟ ਰਹੀ? ਨਹੀਂ, ਪੋਲੀਟੀਕਲੀ ਨਹੀਂ, ਬਟ ਮੈਂ ਆਪਣੀ ਜਿਹੜੀ ਐਲੂਮਨੀ ਐਸੋਸੀਏਸ਼ਨ ਹੈ PGI ਦੇ ਵਿੱਚ ਚੰਡੀਗੜ੍ਹ 'ਚ ਆਪਣੀ, ਉਹਦੇ ਵਿੱਚ ਮੈਂ ਕਾਫੀ ਐਕਟਿਵ ਸੀਗਾ। ਜਨਰਲ ਸੈਕਟਰੀ ਸੀਗਾ ਮੈਂ, ਸਪੋਰਟਸ ਸੈਕਟਰੀ ਸੀਗਾ, ਕਲਚਰ ਸੈਕਟਰੀ ਸੀਗਾ, ਅਤੇ ਐਲੂਮਨੀ ਐਸੋਸੀਏਸ਼ਨ ਦੀ ਕਨਵੈਨਸ਼ਨਸ ਵਗੈਰਾ ਮੈਂ ਕਰਵਾਉਂਦਾ ਰਹਿੰਦਾ ਸੀਗਾ। ਕੋਈ ਇਸ਼ੂਜ਼ ਜੇ ਹੁੰਦੇ ਸੀਗੇ ਤਾਂ ਮਿਨਿਸਟਰਸ ਵਗੈਰਾ ਨਾਲ ਕੋਈ ਮੀਟਿੰਗ ਹੁੰਦੀ ਸੀ, ਉਹਨਾਂ ਚੀਜ਼ਾਂ ਨੂੰ ਮੈਂ ਆਪਣਾ ਅੱਗੇ ਲੀਡ ਕਰਦਾ ਸੀਗਾ। ਲੇਕਿਨ ਇੱਥੇ ਆ ਕੇ ਮੈਂ ਫਿਰ ਆਪਣੇ ਕਰੀਅਰ ਵੱਲ ਧਿਆਨ ਦਿੱਤਾ ਬੇਸਿਕਲੀ, ਅਤੇ ਕਰੀਅਰ ਤੋਂ ਬਾਅਦ ਮੇਰਾ ਕੈਨੇਡੀਅਨ ਟਾਇਰ 'ਚ ਇੰਨੀ ਇਨਵੋਲਵਮੈਂਟ ਹੋ ਗਈ ਕਿ ਮੈਂ ਆਪਣੇ ਆਪ ਨੂੰ ਸਿਰਫ ਆਪਣੇ ਪ੍ਰੋਫੈਸ਼ਨ 'ਚ ਫੋਕਸ ਕਰ ਲਿਆ। ਲੇਕਿਨ ਹੁਣ ਇਹ ਹੈ ਕਿ ਵੀ ਬਰੈਂਪਟਨ ਪਿਛਲੇ 22 ਸਾਲ ਤੋਂ ਜਿਹੜਾ 22 ਸਾਲ ਪਹਿਲਾਂ ਸੀ ਔਰ ਜਿਹੜਾ ਅੱਜ ਹੈਗਾ ਇਹ 'ਚ ਜ਼ਮੀਨ ਅਸਮਾਨ ਦਾ ਫਰਕ ਹੋ ਗਿਆ। ਬਰੈਂਪਟਨ ਬਹੁਤ ਅੱਛਾ ਸੀਗਾ ਜਦੋਂ ਅਸੀਂ ਆਏ, ਹੁਣ ਉਹ ਚੀਜ਼ ਹਲੇ ਸਾਡੇ ਬੱਚੇ ਵੀ ਫੀਲ ਕਰਦੇ ਨੇ ਕਿ ਉਹ ਹੈ ਨਹੀਂ ਗੀ। ਔਰ ਕਈ ਵਾਰੀ ਤਾਂ ਇੱਦਾਂ ਸੋਚਿਆ ਕਿ ਅਸੀਂ ਬਰੈਂਪਟਨ ਤੋਂ ਬਾਹਰ ਚਲੇ ਜਾਈਏ, ਪਰ ਜਾਈਏ ਕਿੱਥੇ? ਸਾਡੇ ਸਾਰੇ ਫਰੈਂਡਸ, ਫੈਮਲੀਜ਼ ਅਤੇ ਜਿੰਨੇ ਰਿਸ਼ਤੇਦਾਰ ਹੈਗੇ ਆ ਇੱਥੇ ਰਹਿੰਦੇ ਆ, ਅਤੇ ਉਹਦੇ ਵਾਸਤੇ ਮੈਂ ਸੋਚਿਆ ਕਿ ਵੀ ਬਾਹਰ ਜਾਣ ਦੀ ਬਜਾਏ ਜੇ ਇੱਥੇ ਹੀ ਰਹਿਣਾ ਹੈਗਾ ਤਾਂ ਬਰੈਂਪਟਨ ਨੂੰ ਕਲੀਨ ਕੀਤਾ ਜਾਵੇ, ਇਹਨੂੰ ਬਰਾਈਟ ਕੀਤਾ ਜਾਵੇ, ਤਾਂ ਕਿ ਅਸੀਂ ਇੱਥੇ ਆਪਣੇ ਬੱਚਿਆਂ ਦੀ ਜਿਹੜੀ ਲਾਈਫ ਹੈ, ਉਹਨਾਂ ਦਾ ਜਿਹੜਾ ਫਿਊਚਰ ਹੈ, ਉਹਨੂੰ ਬਰਾਈਟ ਕਰ ਸਕੀਏ, ਉਹਨੂੰ ਸਟਰੋਂਗ ਕਰ ਸਕੀਏ। ਸੋ ਵਾਰਡਸ ਜਿਹੜੇ 2 ਤੇ 6 ਚੁਣਨ ਦਾ ਕੋਈ ਖਾਸ ਕਾਰਨ? ਮੇਰਾ ਕੋਈ ਖਾਸ ਕਾਰਨ ਨਹੀਂ ਹੈ ਜੀ ਵਾਰਡ 2 ਔਰ 6 ਦਾ ਚੁਣਨ ਦਾ। ਇੱਥੇ ਮੇਰੀ ਬੇਟੀਆਂ ਨੇ ਸਟੱਡੀ ਕੀਤੀ, ਮੇਰਾ ਕੰਮ ਇੱਥੇ ਹੈਗਾ, ਅਤੇ ਮੈਂ ਇਹਨੂੰ ਸਮਝਿਆ ਕਿ ਵੀ ਵਾਰਡ 2 ਔਰ 6 ਦੇ ਵਿੱਚੋਂ ਮੈਂ ਲੜਾਂ। ਬਾਕੀ ਹੋਰ ਕੋਈ ਵੀ ਵਾਰਡ ਹੁੰਦਾ ਤਾਂ ਵੀ ਮੈਂ ਲੜਨਾ ਸੀ, ਪਰ ਮੇਰਾ ਕੰਮ ਹੈਗਾ, ਮੈਂ ਬਰੈਂਪਟੋਨੀਅਨ ਵਾਸਤੇ ਕੰਮ ਕਰ ਰਿਹਾ। ਅੱਛਾ, ਜਿਹੜੇ ਜਦੋਂ ਹੁਣ ਡੋਰ ਨੌਕਿੰਗ ਕਰਦੇ ਹੋ, ਵੈਸੇ ਤੁਸੀਂ ਪ੍ਰੋਬਲਮਸ ਦੱਸੀਆਂ ਨੇ, ਫਿਰ ਵੀ ਤੁਹਾਨੂੰ ਲੱਗਦਾ ਹੋਵੇ ਕਿ ਜਦੋਂ
ਤਿਆਰੀ ਸ਼ੁਰੂ ਕੀਤੀ ਸੀ ਤੇ ਉਹੀ ਸਾਰੇ ਮੁੱਦੇ ਜਿਹੜੇ ਸਾਹਮਣੇ ਆ ਰਹੇ ਨੇ ਕਿ ਜਾਂ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਵੀ ਜਿਹੜੀਆਂ ਤੁਸੀਂ ਵੀ ਸੋਚੀਆਂ ਨਹੀਂ ਸੀ ਕਿ ਇਹੋ ਜਿਹੇ ਮਸਲੇ ਹੋਣਗੇ ਸਾਡੇ ਲੋਕਾਂ ਨੂੰ? ਇਹ ਤੁਸੀਂ ਬੜੀ ਸਹੀ ਗੱਲ ਕੀਤੀ ਹੈ। ਮੈਂ ਜਿਹੜੇ ਪੁਆਇੰਟਸ ਲਿਖੇ ਇਹਦੇ 'ਚ ਹਾਂਜੀ ਆਪਣੇ ਸੋਸ਼ਲ ਇੰਟੋਲਰੈਂਸ, ਇਨਫਰਾਸਟ੍ਰਕਚਰ ਟੂ ਮੀਟ ਪਾਪੂਲੇਸ਼ਨ ਗਰੋਥ, ਐਵਰੀਵਨ ਮਸਟ ਗੈਟ ਹੋਮ ਸੇਫ, ਇਹ 'ਚ ਡਰਾਈਵਿੰਗ ਦਾ ਆ ਜਾਂਦਾ ਹੈਗਾ, ਇੰਪਰੂਵਡ ਹੈਲਥ ਕੇਅਰ, ਵੂਮਨ ਸੇਫਟੀ, ਐਲੀਵੇਟ ਪਾਰਟਨਰ ਵਾਇਲੈਂਸ, ਅਫੋਰਡੇਬਲ ਹਾਊਸਿੰਗ, ਕੁਆਲਿਟੀ ਐਜੂਕੇਸ਼ਨ, ਇਫੈਕਟਿਵ ਯੂਜ਼ ਆਫ ਟੈਕਸ। ਹਾਂਜੀ ਇਹ ਬੜੇ ਕਾਮਨ ਨੇ, ਸਾਰਿਆਂ ਨੂੰ ਪਤਾ ਹੈਗਾ। ਹਾਂਜੀ ਲੇਕਿਨ ਇਹਨਾਂ ਦਾ ਜੋ ਮੈਂ ਡੋਰ ਨੌਕਿੰਗ ਦੇ ਵਿੱਚ ਫਾਈਂਡ ਆਊਟ ਕੀਤਾ ਕਿ ਮੈਨੂੰ ਇਹ ਪਤਾ ਲੱਗਿਆ ਕਿ ਦੇਰ ਇਜ਼ ਅ ਬਿਗ ਗੈਪ ਬਿਟਵੀਨ ਸਿਟੀ ਐਂਡ ਦ ਸਿਟੀ ਰੈਜ਼ੀਡੈਂਟਸ ਆਫ ਦ ਬਰੈਂਪਟਨ। ਓਕੇ, ਉਹ ਕਿਸ ਤਰ੍ਹਾਂ? ਕਿਉਂਕਿ ਇਨਫੋਰਮੇਸ਼ਨ ਫਲੋ ਜਿਹੜੀ ਹੈ ਸਿਟੀ ਤੋਂ ਬਰੈਂਪਟਨ ਰੈਜ਼ੀਡੈਂਟਸ ਦੇ ਵਿੱਚ ਈਵਨਲੀ ਫਲੋ ਨਹੀਂ ਕਰ ਰਹੀ ਹੈਗੀ। ਕਈ ਚੀਜ਼ਾਂ ਤਾਂ ਸਿਟੀਜ਼ਨਸ ਨੂੰ, ਰੈਜ਼ੀਡੈਂਟਸ ਨੂੰ ਪਤਾ ਹੀ ਨਹੀਂ ਹੈਗੀਆਂ। ਮੈਂ ਪੁੱਛਦਾ ਇੱਥੇ 2040 ਵਿਜ਼ਨ ਬਰੈਂਪਟਨ 'ਚ ਪ੍ਰੋਜੈਕਟ ਚੱਲ ਰਿਹਾ, ਤੁਸੀਂ ਜਾਣਦੇ ਹੋ ਕੀ ਆ ਉਹ? ਮੈਂ ਕਹਿੰਦਾ ਕਿ ਤੁਹਾਡੇ ਹੈਰੀਟੇਜ ਹਾਈਟਸ ਦਾ ਪ੍ਰੋਗਰਾਮ ਵਾਰਡ 6 'ਚ ਚੱਲ ਰਿਹਾ, ਤੁਹਾਨੂੰ ਪਤਾ 90% ਲੋਕਾਂ ਨੂੰ ਉਹਦੇ ਬਾਰੇ ਪਤਾ ਹੀ ਨਹੀਂ ਹੈਗਾ। ਫਿਰ ਉਹਨਾਂ ਨੂੰ ਪੁੱਛੀਦਾ ਕਿ ਉਹ ਕਹਿੰਦੇ ਜਦੋਂ ਸਾਨੂੰ ਇਸ਼ੂਜ਼ ਦੱਸਦੇ ਨੇ ਕਿ ਜੀ ਸਾਡੇ ਰੋਡ ਇੱਥੇ ਰੋਡ ਰੇਸ ਹੁੰਦੀ ਹੈ, ਹਾਈ ਸਪੀਡਿੰਗ ਹੁੰਦੀ ਹੈ, ਕੋਈ ਨੋਇਜ਼ ਆਉਂਦੀ ਹੈ, ਮਤਲਬ ਹਾਈ ਵੋਲੀਅਮ 'ਤੇ ਮਿਊਜ਼ਿਕ ਲਗਾਏ ਹੋਏ ਨੇ, ਜਾਂ ਕੋਈ ਇੱਥੇ ਬੁਸ਼ਸ ਹੈਗੀਆਂ ਉੱਥੇ ਆਪਣੇ ਆਪ ਨੂੰ ਆਪਣੀ ਨੇਚਰ ਕਾਲ ਲਈ ਚਲੇ ਜਾਂਦੇ ਨੇ, ਜਿਹੜੀ ਸਟਿੰਕਿੰਗ ਹੁੰਦੀ ਹੈ। ਸੋ ਉਹਨਾਂ ਵਾਸਤੇ ਮੈਂ ਉਹਨਾਂ ਨੂੰ ਕਿਹਾ ਕਿ ਕਦੀ ਤੁਸੀਂ ਸਿਟੀ ਨੂੰ ਰਿਪੋਰਟ ਕੀਤਾ? ਉਹ ਕਹਿੰਦੇ ਨਹੀਂ ਜੀ। ਮੈਂ ਕਿਹਾ ਤੁਸੀਂ 311 ਸਿਟੀ ਦੀ ਬਰੈਂਪਟਨ ਦੀ ਸਾਈਟ ਹੈਗੀ ਆ, ਉੱਥੇ ਜਾ ਕੇ ਰਿਪੋਰਟ ਕਰੋ, ਰਿਕੁਐਸਟ ਕਰੋ ਉਹਨਾਂ ਨੂੰ, ਅਤੇ ਜੇ ਸਿਟੀ ਨਹੀਂ ਸੁਣਦੀ ਦੈਨ ਜਿਹੜਾ ਤੁਹਾਡਾ ਸਿਟੀ ਕਾਉਂਸਲਰ ਹੈ ਤੁਸੀਂ ਉਹਨੂੰ ਅਪਰੋਚ ਕਰੋ। ਸੋ ਇਹ ਇਨਫੋਰਮੇਸ਼ਨ ਜਿਹੜੇ ਰੈਜ਼ੀਡੈਂਟਸ ਹੈ, ਮੈਨੂੰ ਪਤਾ ਸਿਟੀ ਨੇ ਪਾਈ ਹੋਈ ਸਾਰੀ ਇਨਫੋਰਮੇਸ਼ਨ, ਬਟ ਉਹਦੀ ਕੋਈ ਕਮਿਊਨੀਕੇਸ਼ਨ ਵਾਸਤੇ ਇੱਕ ਚੈਨਲ ਹੋਣਾ ਚਾਹੀਦਾ ਤਾਂ ਕਿ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਤੱਕ ਇਹ ਆਵਾਜ਼ ਪਹੁੰਚਾਈ ਜਾਵੇ, ਔਰ ਜਿਹੜੀ ਇੰਪਲੀਮੈਂਟੇਸ਼ਨ ਹੋ ਰਹੀ ਹੈ ਉਹ ਪ੍ਰੋਪਰਲੀ ਹੋ ਸਕੇ, ਇਨਪੁਟ ਆ ਸਕੇ ਰੈਜ਼ੀਡੈਂਟਸ ਤੋਂ। ਹੁਣ ਪਾਰਟੀਸਪੇਸ਼ਨ ਦੇਖੋ ਕਿੰਨੇ ਪ੍ਰੋਜੈਕਟ ਹੋ ਰਹੇ ਬਰੈਂਪਟਨ 'ਚ, ਹਾਈ ਲੈਵਲ 'ਤੇ ਚੱਲ ਰਹੇ ਨੇ, ਵੱਡੇ ਵੱਡੇ ਬਿਲੀਅਨ ਡਾਲਰਸ ਦੇ। ਉਹਦੇ 'ਚ ਕਿੰਨੀ ਕੁ ਰੈਜ਼ੀਡੈਂਟਸ ਦੀ ਪਾਰਟੀਸਪੇਸ਼ਨ ਹੈਗੀ ਆ? ਠੀਕ ਹੈ, ਹਾਰਡਲੀ 2% ਗਿਣੂੰਗਾ ਮੈਂ ਤਾਂ, ਰਾਈਟ, ਹਾਰਡਲੀ। ਅਤੇ ਕਿਉਂ ਨਹੀਂ ਹੁੰਦੀ? ਕਿਉਂਕਿ ਆਈਦਰ ਉਹਨਾਂ ਕੋਲ ਇਨਫੋਰਮੇਸ਼ਨ ਨਹੀਂ ਹੈ, ਜਾਂ ਉਹਨਾਂ ਕੋਲ ਅਵੇਅਰਨੈਸ ਨਹੀਂ ਹੈਗੀ, ਜਾਂ ਉਹਨਾਂ ਨੂੰ ਇਸ ਚੀਜ਼ ਦਾ ਕੋਈ ਇਹ ਨਹੀਂ ਪਤਾ ਕਿ ਹਾਊ ਟੂ ਜੁਆਇਨ ਦੈਮ। ਸੋ ਉਹਦਾ ਇੱਕ ਚੈਨਲ ਹੋਣਾ ਚਾਹੀਦਾ। ਜਿੰਨੀਆਂ ਇੱਥੇ ਆਪਣੀਆਂ ਆਰਗੇਨਾਈਜੇਸ਼ਨਸ ਹੈਗੀਆਂ ਨੇ, ਚਾਹੇ ਉਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਹੈ, ਚਾਹੇ ਸੋਸ਼ਲ ਆਰਗੇਨਾਈਜੇਸ਼ਨਸ ਹੈ, ਚਾਹੇ ਕਮਿਊਨਿਟੀ ਗਰੁੱਪਸ ਹੈਗੀਆਂ, ਸੀਨੀਅਰ ਕਲੱਬਸ ਹੈਗੀਆਂ, ਉਹਨਾਂ ਦੇ ਚੈਨਲਸ ਨੂੰ, ਮੀਡੀਆ ਹੈਗਾ, ਉਹਨਾਂ ਦੇ ਚੈਨਲਸ ਨੂੰ ਯੂਟੀਲਾਈਜ਼ ਕਰਕੇ ਜੇ ਉਹਨਾਂ ਕੋਲ ਬੇਸਿਕ ਇਨਫੋਰਮੇਸ਼ਨ ਪਹੁੰਚਾਈ ਜਾਵੇ ਤਾਂ ਜਿੰਨੇ ਇਸ਼ੂਜ਼ ਹੈ ਉਹਨਾਂ ਦਾ ਰੂਟ ਲੈਵਲ 'ਤੇ ਜੇ ਐਡਰੈਸ ਹੋ ਜਾਵੇ ਤਾਂ ਮੋਸਟਲੀ ਇਸ਼ੂਜ਼ ਕਵਰ ਹੋ ਜਾਣਗੇ। ਤੁਸੀਂ ਇਸ਼ੂਜ਼ ਤਾਂ ਕਹਿ ਲਈਏ ਕਿ ਡਾਇਗਨੋਸ ਕਰ ਲੈ, ਸੋਲਿਊਸ਼ਨਸ ਕੀ ਦੇਖਦੇ ਹੋ ਫਿਰ ਇਹਨੂੰ? ਤੁਸੀਂ ਜੇ ਚੁਣੇ ਜਾਂਦੇ ਹੋ ਕੀ ਇਹੋ ਜਿਹਾ ਰੋਡ ਮੈਪ ਲੈ ਕੇ ਚੱਲੇ ਹੋ ਤੁਸੀਂ? ਮੈਂ ਜੀ ਹੁਣੇ ਤੁਹਾਨੂੰ ਜਿਸ ਤਰ੍ਹਾਂ ਦੱਸਿਆ, ਇਹ ਮੈਂ ਇੱਕ ਚੈਨਲ ਕ੍ਰੀਏਟ ਕਰਨਾ ਚਾਹੁੰਦਾ ਪਬਲਿਕ ਦੇ ਵਿੱਚ, ਬਰੈਂਪਟਨ ਰੈਜ਼ੀਡੈਂਟਸ ਦੇ ਵਿੱਚ ਅਤੇ ਸਿਟੀ ਦੇ ਵਿੱਚ, ਕਿ ਜੋ ਵੀ ਕੰਮ ਸਿਟੀ 'ਚ ਹੋ ਰਿਹਾ, ਅਗਰ ਉਹਨਾਂ ਨੂੰ ਉਹਨਾਂ ਦੀ ਇਨਫੋਰਮੇਸ਼ਨ ਨਹੀਂ ਹੈ, ਅਗਰ ਪਾਰਟੀਸਪੇਸ਼ਨ ਨਹੀਂ ਹੈਗੀ ਆ, ਅਤੇ ਇਹ ਚੈਨਲ ਦੇ ਥਰੂ ਉਹਨਾਂ ਨੂੰ ਦੁਆਰਾ ਇਨਵਾਈਟ ਕੀਤਾ ਜਾਵੇ, ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਾਵੇ, ਉਹਨਾਂ 'ਚ ਇੰਟਰਸਟ ਪੈਦਾ ਕੀਤਾ ਜਾਵੇ, ਤਾਂ ਕਿ ਜਿਹੜੀ ਇਨਪੁਟ ਹੈ ਉਹ ਸਿਟੀ ਕੋਲ ਪਹੁੰਚੇ ਔਰ ਇੰਪਲੀਮੈਂਟੇਸ਼ਨ ਪ੍ਰੋਪਰਲੀ ਹੋਵੇ। ਜਿੰਨੇ ਵੀ ਇਸ ਵੇਲੇ ਇਸ਼ੂਜ਼ ਹੈ ਰੂਟ ਲੈਵਲ 'ਤੇ, ਉਹ ਬਹੁਤ ਛੋਟੇ ਛੋਟੇ ਇਸ਼ੂਜ਼ ਨੇ, ਵੱਡੇ ਇਸ਼ੂਜ਼ ਨਹੀਂ ਹੈਗੇ। ਉਹ ਛੋਟੇ ਇਸ਼ੂਜ਼ ਨੂੰ ਕੋਈ ਐਡਰੈਸ ਨਹੀਂ ਕਰ ਰਿਹਾ। ਹੁਣ ਹੈਲਥ ਕੇਅਰ ਦੇ ਵਿੱਚ ਫੋਰ ਐਗਜ਼ਾਮਪਲ ਤੁਸੀਂ ਹਸਪੀਟਲ ਲੈ ਲਓ, ਅਸੀਂ ਸਾਰੇ ਆਵਾਜ਼ ਉਠਾ ਰਹੇ ਕਿ ਸਾਨੂੰ ਤੀਸਰਾ ਹਸਪੀਟਲ ਚਾਹੀਦਾ ਇੱਕ, ਯੈਸ ਚਾਹੀਦਾ, ਲੇਕਿਨ ਕਿਆ ਉਹਦੇ ਨਾਲ ਸਾਡੀ ਕਰੰਟ ਜਿਹੜੀ ਪ੍ਰੋਬਲਮ ਹੈ ਉਹ ਹੱਲ ਹੋ ਜਾਏਗੀ? ਨਹੀਂ ਹੋਏਗੀ। ਐਮਰਜੈਂਸੀ ਜਿਹੜੀ ਹੈ ਆਲਵੇਜ਼ ਰਿਮੇਨ ਕਰਾਊਡਡ। ਕਿਉਂ? ਕਿਉਂਕਿ ਸਾਡੇ ਸਿਟੀ 'ਚ ਅਰਜੈਂਟ ਕੇਅਰ ਕਲੀਨਿਕ ਨਹੀਂ ਹੈਗੇ। ਅਰਜੈਂਟ ਕੇਅਰ ਕਲੀਨਿਕ ਹੈਗੇ ਆ ਦਿਨ ਦੇ ਟਾਈਮ 'ਤੇ, ਦੇ ਡੋਂਟ ਵਰਕ ਲੇਟ ਨਾਈਟ। ਅਤੇ ਅਗਰ ਲੇਟ ਨਾਈਟ, ਮੈਂ ਤਾਂ 24 ਆਵਰ ਵਾਸਤੇ ਕਹਾਂਗਾ ਅਰਜੈਂਟ ਕੇਅਰ ਕਲੀਨਿਕ ਹੋਣੇ ਚਾਹੀਦੇ, ਐਟਲੀਸਟ 11 o'clock 12 o'clock। ਅਰਜੈਂਟ ਕੇਅਰ ਸੈਂਟਰਸ ਦੀ ਜਾਂ ਹਸਪੀਟਲ ਦੀ ਤਾਂ ਸਰ ਗੱਲ ਦੂਰ ਦੀ ਹੈ, ਅੱਜ ਕੱਲ੍ਹ ਤਾਂ ਜਿਹੜੇ ਵਾਕ ਇਨ ਕਲੀਨਿਕਸ ਨੇ, ਹਾਂਜੀ, ਉਹ ਸ਼ਟਰ ਸਿਟੀ ਬੈਠੇ ਨੇ। ਦੈਟਸ ਅਨਦਰ। ਦੇਖੋ ਜੀ, ਕੋਵਿਡ ਇੱਕ ਬੜਾ ਵੱਡਾ ਐਗਜ਼ਾਮਪਲ ਹੈਗਾ ਕਿ ਕੋਵਿਡ ਨੂੰ ਲੈ ਕੇ ਐਕਸਕਿਊਜ਼ਸ ਬਣ ਰਹੇ ਨੇ ਇਸ ਵੇਲੇ, ਬਟ ਸਿਟੀ ਨੂੰ ਜਾਂ ਫੈਡਰਲ ਪ੍ਰੋਵਿੰਸ ਨੂੰ ਸਾਰਿਆਂ ਨੂੰ ਮਿਲ ਕੇ ਇੱਕ ਐਸਾ ਸਟੈਪ ਲੈਣਾ ਚਾਹੀਦਾ ਕਿ ਜੋ ਵੀ ਕੋਵਿਡ ਤੋਂ ਪਹਿਲਾਂ ਸਰਵਿਸਿਜ਼ ਸੀਗੀਆਂ ਉਹ ਸਾਰੀਆਂ ਉਸ ਲੈਵਲ 'ਤੇ ਪਹੁੰਚਾਈਆਂ ਜਾਣ। ਔਰ ਉਹ ਇੱਕ ਸਟੈਪ ਡੈਫੀਨੇਟਲੀ ਇਸ ਵੇਲੇ ਲੈਣ ਵਾਲਾ ਹੈਗਾ।
ਮੈਂ ਖੁਦ ਡਾਕਟਰ ਨਾਲ ਅਪਾਇੰਟਮੈਂਟ ਲੈਣਾ ਤਾਂ ਮੈਨੂੰ 24 ਦਿਨ ਬਾਅਦ ਫੈਮਿਲੀ ਡਾਕਟਰ ਦੀ ਹਾਂਜੀ, ਅਪਾਇੰਟਮੈਂਟ ਮਿਲਦੀ yes, ਹੈ ਵਿਚ ਇਜ਼ ਰਿਡੀਕੁਲਸ ਹਾਂਜੀ, ਮੈਂ ਅੱਜ ਕਿੱਥੇ ਜਾਵਾਂ ਮੈਂ ਵਾਈ ਸ਼ੁੱਡ ਆਈ ਗੋ ਟੂ ਵਾਕ ਇਨ ਕਲੀਨਿਕ ਹਾਂਜੀ, ਆਈ ਸ਼ੁੱਡ ਬੀ ਗੋਇੰਗ ਟੂ ਫੈਮਿਲੀ ਡਾਕਟਰ ਹਾਂਜੀ। ਵਿਦਿਨ 2 days or 3 days ਸੋ ਉਹ ਮਿਲ ਹੀ ਨਹੀਂ ਰਹੇ। ਹਾਂਜੀ ਹਾਂਜੀ। ਇਹ ਇੱਕ ਅੱਛਾ, ਜੇ ਹੁਣ ਆਪਾਂ ਥੋੜੇ ਜਿਹੇ ਸਮੇਂ ਦੇ ਵਿੱਚ 2-3 ਹੋਰ ਪੁਆਇੰਟ ਹਾਂਜੀ। ਖਾਸ ਤੌਰ ਤੇ ਜਿਹੜਾ ਪਿਛਲੇ ਦਿਨਾਂ ਤੋਂ ਆਪਾਂ ਵੈਸੇ ਤੁਸੀਂ ਟੱਚ ਬੇਸ ਵੀ ਕੀਤਾ ਕਿ ਕ੍ਰਾਈਮ ਨੂੰ ਲੈ ਕੇ ਲੋਕਾਂ 'ਚ ਬੜੀ ਚਿੰਤਾ ਹੈ, ਚੋਰੀਆਂ ਬਹੁਤ ਵੱਧ ਰਹੀਆਂ ਨੇ, ਹਾਂਜੀ ਮਾਰ ਤਾੜ ਡਾਕੇ ਚੋਰੀਆਂ ਜਿਹੜੀਆਂ ਨੇ ਉਹ ਹੁਣ ਆਮ ਜੀਆਂ ਹੋ ਗਈਆਂ ਨੇ, ਖਾਸ ਤੌਰ ਤੇ ਜਦੋਂ ਬਰੈਂਪਟਨ ਦਾ ਜ਼ਿਕਰ ਛਿੜਦਾ। ਹਾਂਜੀ। ਵੈਸੇ ਬਾਹਰ ਵੀ ਕਿਤੇ ਨਾ ਕਿਤੇ ਹੁਣ, ਪਰ ਪਿਛਲੇ ਦਿਨੀ ਅਸੀਂ ਇੱਕ ਰਿਪੋਰਟ ਵੀ ਸਾਂਝੀ ਕੀਤੀ ਸੀ ਵੀ ਪੋਪੂਲੇਸ਼ਨ ਵਾਈਜ਼ ਅਜੇ ਵੀ ਅਸੀਂ ਸੇਫ ਹਾਂ, ਘੱਟ ਹਾਂ, ਪਰ ਫਿਰ ਵੀ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਇਹਨੂੰ ਜਸਟੀਫਾਈ ਕਰਦੀ ਕਿ ਭਾਈ ਜੇ 4 ਕੇਸ ਵੀ ਹੋਏ ਨੇ ਤਾਂ ਉਹ ਵੀ ਕਿਉਂ ਹੋਏ ਨੇ। ਇਸ ਗੱਲ ਨੂੰ ਕਿਵੇਂ ਦੇਖਦੇ ਹੋ, ਕੌਣ ਜ਼ਿੰਮੇਵਾਰ ਹੈ? ਇਸ ਗੱਲ ਨੂੰ ਇਹ ਦੇਖਿਆ ਜਾਂਦਾ ਜੀ, ਜਿਹੜੀ ਸਿਟੀ ਦੀ ਪਾਪੂਲੇਸ਼ਨ ਹੈ ਪਿਛਲੇ 10 ਸਾਲ 'ਚ ਡਬਲ ਹੋਈ ਹੈ, ਲੇਕਿਨ ਰਿਸੋਰਸਿਸ ਉਸ ਹਿਸਾਬ ਨਾਲ ਨਹੀਂ ਵਧੇ। ਜਿੰਨੇ ਵੀ ਪ੍ਰੋਜੈਕਟ ਇੰਪਲੀਮੈਂਟ ਹੋਏ ਆ ਉਹਦੇ 'ਚ ਜਿਹੜੀ ਪਾਪੂਲੇਸ਼ਨ ਗਰੋਥ ਦਾ ਫੈਕਟਰ ਹੈਗਾ ਹਾਂਜੀ। ਮੇਰੇ ਹਿਸਾਬ ਨਾਲ ਕੈਲਕੂਲੇਟ ਨਹੀਂ ਕੀਤਾ ਗਿਆ। ਅਕੋਰਡਿੰਗ ਟੂ ਸਿਟੀ 16,500 ਰੈਜ਼ੀਡੈਂਟਸ ਬਰੈਂਪਟਨ 'ਚ ਸੈਟਲ ਹੁੰਦੇ ਐਵਰੀ ਈਅਰ। ਮੈਨੂੰ ਇਹ ਬੜਾ ਲੋ ਨੰਬਰ ਲੱਗਦਾ ਹੈਗਾ। ਇਹਦੇ ਜਿਹੜੀ ਪਾਪੂਲੇਸ਼ਨ ਅੱਜ ਦੇਖੀ ਉਹਦੇ ਹਿਸਾਬ ਨਾਲ ਪਾਪੂਲੇਸ਼ਨ ਗਰੋਥ 7 ਲੱਖ ਹੈਗੀ ਆ, ਉਹਦੇ ਹਿਸਾਬ ਨਾਲ ਪੁਲਿਸ ਸਰਵਿਸਿਜ਼ ਉਨੀਆਂ ਨਹੀਂ ਹੈਗੀਆਂ, ਅਦਰ ਸਰਵਿਸਿਜ਼ ਉਨੀਆਂ ਨਹੀਂ ਹੈਗੀਆਂ। ਪੁਲਿਸ ਸਰਵਿਸਿਜ਼ ਮੈਂ ਦੇਖਦਾ ਹੈਗਾ ਇਸ ਵੇਲੇ ਉਹਨਾਂ ਦੀਆਂ ਪ੍ਰਾਇਰਟੀਜ਼ ਵੱਧ ਗਈਆਂ ਨੇ, ਕਿਉਂਕਿ ਉਹਨਾਂ ਕੋਲ ਇੰਨੀ ਫੋਰਸ ਨਹੀਂ ਹੈਗੀ। ਉਹਨਾਂ ਨੇ ਨੀਚੇ ਲੈਵਲ ਦੇ ਛੋਟੇ ਛੋਟੇ ਕ੍ਰਾਈਮਸ ਨੂੰ ਓਵਰਲੁੱਕ ਕਰਨਾ ਸ਼ੁਰੂ ਕਰ ਦਿੱਤਾ, ਵੱਡੇ ਕ੍ਰਾਈਮਸ ਨੂੰ ਪ੍ਰਾਇਰਟੀ ਦੇ ਰਹੇ ਨੇ। ਉਹਦੇ ਕਰਕੇ ਕੀ ਹੋ ਰਿਹਾ ਕਿ ਦੂਸਰੇ ਜਿਹੜੇ ਛੋਟੇ ਛੋਟੇ ਕ੍ਰਾਈਮ ਅਗਰ ਓਵਰਲੁੱਕ ਹੁੰਦੇ ਨੇ ਤਾਂ ਉਹੀ ਵੱਡੀ ਸ਼ੇਪ 'ਚ ਆ ਜਾਂਦੇ ਨੇ ਮਗਰੋਂ। ਉਹਦੇ ਵਾਸਤੇ ਇੱਕ ਤਾਂ ਸੋਸ਼ਲ ਪੁਲਿਸਿੰਗ ਹੋਣੀ ਚਾਹੀਦੀ ਹੈ, ਪੁਲਿਸ ਦੀ ਇਨਕਰੀਜ਼ ਤਾਂ ਹੋਣਾ ਹੀ ਚਾਹੀਦਾ ਹੈਗਾ। ਠੀਕ ਹੈ। ਲੇਕਿਨ ਸੋਸ਼ਲ ਪੁਲਿਸਿੰਗ, ਨੇਬਰਹੁੱਡ ਵਾਚ ਦਾ ਪ੍ਰੋਗਰਾਮ ਬਹੁਤ ਪਹਿਲਾਂ ਚੱਲ ਰਿਹਾ ਸੀਗਾ, ਬੰਦ ਹੋ ਗਿਆ, ਆਈ ਡੋਂਟ ਨੋ, ਉਹ ਕਨਵਰਟ ਹੋ ਗਿਆ ਨਰਚਰ ਨੇਬਰਹੁੱਡ 'ਚ। ਠੀਕ ਹੈ। ਉਹ ਇੰਨਾ ਇੰਪੈਕਟਫੁਲ ਨਹੀਂ ਹੈਗਾ, ਲੇਕਿਨ ਨੇਬਰਹੁੱਡ ਵਾਚ ਜ਼ਰੂਰ ਦੁਆਰਾ ਲਾਗੂ ਹੋਣਾ ਚਾਹੀਦਾ। ਔਰ ਤੇ ਜਿਹੜੀ ਆਪਣੀ ਹੋਰ ਸੋਸ਼ਲ ਆਰਗੇਨਾਈਜੇਸ਼ਨਸ ਹੈ ਉਹਨਾਂ ਦਾ ਵੀ ਰੋਲ ਥੋੜ੍ਹਾ ਬਹੁਤ ਵਿੱਚ ਹੋਣਾ ਚਾਹੀਦਾ, ਤਾਂ ਕਿ ਕਿਸੇ ਨੂੰ ਅਵੇਅਰਨੈਸ ਨਹੀਂ ਹੈਗੀ, ਉਹਨਾਂ ਨੂੰ ਨੌਲੇਜ ਨਹੀਂ ਹੈਗੀ, ਉਹ ਚੀਜ਼ ਪ੍ਰੋਵਾਈਡ ਕੀਤੀ ਜਾਵੇ ਤਾਂ ਕਿ ਉਹ ਕ੍ਰਾਈਮ ਨੂੰ ਥੋੜ੍ਹਾ ਜਿਹਾ ਰਿਡਿਊਸ ਕੀਤਾ ਜਾਵੇ। ਤੇ ਬੱਚਿਆਂ ਦੇ ਲਈ ਜੇ ਐਜੂਕੇਸ਼ਨ ਦੇ ਨਾਲ ਨਾਲ ਆਪਾਂ ਜੇ ਗੱਲ ਕਰੀਏ ਤਾਂ ਪੇਰੈਂਟਸ ਦੇ ਵਿੱਚ ਇੱਕ ਵੱਡਾ ਫਿਕਰ ਇਹ ਪਾਇਆ ਜਾਂਦਾ ਕਿ ਸਾਡੇ ਬੱਚੇ ਕਿਤੇ ਨਸ਼ਿਆਂ ਤੇ ਨਾ ਲੱਗ ਜਾਣ, ਕਿਉਂਕਿ ਕਈ ਵਾਰ ਉਹਨਾਂ ਨੂੰ ਕੰਪਨੀ ਵਾਈਜ਼ ਜਾਂ ਮਾਹੌਲ ਇਹੋ ਜਿਹਾ ਜਾਂ ਮਰਵਾਨਾ ਦੇ ਇੰਨੇ ਸਟੋਰਸ ਓਪਨ ਹੋ ਜਾਣਾ, ਲੋਕਾਂ ਦੇ ਵਿੱਚ ਇਹ ਬੜੀ ਵੱਡੀ ਚਿੰਤਾ ਹੈ। ਕਿਵੇਂ ਲੈਂਦੇ ਹੋ ਜਿਹੜੇ ਇੰਨੇ ਜ਼ਿਆਦਾ ਸਟੋਰ ਕੈਨੇਬਿਸ ਸਟੋਰਸ ਦਾ ਓਪਨ ਹੋਣਾ, ਜਾਂ ਇਹਦੇ ਤੇ ਤੁਹਾਡਾ ਕੀ ਸਟੈਂਡ ਹੈ? ਕੈਨੇਬਿਸ ਸਟੋਰ ਬਹੁਤ ਜ਼ਿਆਦਾ ਹੈਗੇ ਬਰੈਂਪਟਨ 'ਚ, ਇੱਕਦਮ ਖੁੱਲ੍ਹ ਗਏ। ਇਹਦਾ ਡੈਫੀਨੇਟਲੀ ਇੰਪੈਕਟ ਪਏਗਾ, ਕਿਉਂਕਿ ਇੱਕ ਫਿਰ ਮੈਂ ਤਾਂ ਐਜੂਕੇਸ਼ਨ ਔਰ ਨੌਲੇਜ 'ਤੇ ਆਉਣਾ ਵਾਪਸ, ਕਿਉਂਕਿ ਇਹ ਅਵੇਅਰਨੈਸ ਇਹਨਾਂ ਚੀਜ਼ਾਂ ਦੀ ਘਾਟ ਰਹੀ ਹੈਗੀ ਹੈ ਬਰੈਂਪਟਨ ਦੇ ਵਿੱਚ ਜੀ। ਇਸ ਕਰਕੇ ਇਹ ਅਸੀਂ ਕੈਨੇਬਿਸ ਸਟੋਰ ਅਗਰ ਖੋਲ੍ਹਦੇ ਹਾਂ, ਕਿਸੇ ਨੂੰ ਅਗਰ ਕੋਈ ਉਸ ਦੇ ਬਾਰੇ ਇੰਪੈਕਟ ਉਹਦਾ ਕੀ ਹੈ, ਉਹਦੀ ਅਵੇਅਰਨੈਸ ਨਹੀਂ, ਉਹਦਾ ਨੌਲੇਜ ਨਹੀਂ ਹੈ, ਉਹ ਡੈਫੀਨੇਟਲੀ ਉੱਧਰ ਅਟਰੈਕਟ ਹੋਏਗਾ। ਤਾਂ ਇਹਨਾਂ ਚੀਜ਼ਾਂ ਦੀ ਇਨਕਰੀਮੈਂਟ ਇਸੇ ਕਰਕੇ ਹੋਈ ਆ ਕਿਉਂਕਿ ਸਾਡੇ ਇੱਕ ਬਿਲਕੁਲ ਡਿਸਕਨੈਕਟ ਰਿਹਾ ਕਮਿਊਨਿਟੀ ਦੇ ਵਿੱਚ। ਉਹ ਜਿਹੜਾ ਡਿਸਕਨੈਕਟ ਹੈ ਉਹਨੂੰ ਰੀਕਨੈਕਟ ਕਰਾਂਗੇ ਤਾਂ ਇਹ ਚੀਜ਼ਾਂ 'ਚ ਇੱਕ ਰਿਡਕਸ਼ਨ ਆਏਗੀ। ਔਰ ਮੇਰਾ ਇਹੀ ਸਟੈਪ ਹੈਗਾ, ਮੈਂ ਇਸੇ ਸਟੈਪ ਨੂੰ ਲੈ ਕੇ ਚੱਲਦਾ ਕਿ ਅਵੇਅਰਨੈਸ, ਨੌਲੇਜ, ਐਜੂਕੇਸ਼ਨ, ਕਮਿਊਨਿਟੀ ਐਜੂਕੇਸ਼ਨ, ਇਹ ਬਹੁਤ ਇੰਪੋਰਟੈਂਟ ਪਾਰਟ ਨੇ। ਸਿਟੀ ਨੂੰ ਇਸ ਦੇ ਉੱਪਰ ਜ਼ਰੂਰ ਜ਼ੋਰ ਦੇਣਾ ਚਾਹੀਦਾ। ਸਿਟੀ ਦੇ ਵਿੱਚ ਜਿਹੜੀ ਡਾਈਵਰਸ ਰੈਪਰੈਜ਼ੈਂਟੇਸ਼ਨ ਦੇ ਉੱਤੇ ਵੀ ਸਵਾਲ ਹਮੇਸ਼ਾ ਖੜਾ ਹੋਇਆ ਜੀ, ਕਿ ਸਾਡੀ ਰੈਪਰੈਜ਼ੈਂਟੇਸ਼ਨ ਪ੍ਰੋਪੋਰਸ਼ਨੇਟਲੀ ਜਿੰਨੀ ਸਾਡੀ ਪਾਪੂਲੇਸ਼ਨ ਹੈ ਐਥਨਿਕ ਕਮਿਊਨਿਟੀਜ਼ ਦੀ, ਉਹ ਡਾਈਵਰਸਿਟੀ ਸਾਨੂੰ ਸਟਾਫ ਦੇ ਰੂਪ 'ਚ ਜਾਂ ਜਿਹੜੇ ਪਾਲਿਸੀ ਮੇਕਰਸ ਦੇ ਰੂਪ 'ਚ ਨਹੀਂ ਦਿਖਦੀ। ਵਾਟਸ ਯੂਰ ਟੇਕ ਔਨ ਦੈਟ? ਡੈਫੀਨੇਟਲੀ ਤੇ ਐਕੁਇਟੀ ਦਾ ਜਿਹੜਾ ਇਸ਼ੂ ਹੈ ਇਸ ਵੇਲੇ ਕਾਫੀ ਲੇਟ ਚੱਕਿਆ ਸਿਟੀ ਨੇ। ਇਹ ਦੇ ਸ਼ੁੱਡ ਹੈਵ ਡਨ ਇਟ ਲੌਂਗ ਬਿਫੋਰ। ਸਾਡੀ 44% ਤਾਂ ਸਾਊਥ ਏਸ਼ੀਅਨ ਕਮਿਊਨਿਟੀ ਹੈ। ਅਗਰ ਅਸੀਂ ਡਾਈਵਰਸਿਟੀ ਦੇਖੀਏ, there are about 210 different culture in Brampton, about 115 language in Brampton. ਤੇ ਇਟ ਇਜ਼ ਵੈਰੀ ਕਲੀਅਰ ਕਿ ਵੀ ਇੰਨੀ ਡਾਈਵਰਸਿਟੀ ਸਾਡੇ ਬਰੈਂਪਟਨ 'ਚ ਹੈਗੀ ਹੈ। ਉਸ ਚੀਜ਼ ਦੇ ਹਿਸਾਬ ਨਾਲ ਸਾਡੀ ਸਿਟੀ ਨੂੰ ਬਹੁਤ ਪਹਿਲਾਂ ਇਹਨਾਂ ਚੀਜ਼ਾਂ ਨੂੰ ਐਡਰੈਸ ਕਰਨਾ ਚਾਹੀਦਾ ਸੀਗਾ। ਉਹ ਐਡਰੈਸ ਨਹੀਂ ਹੋਈਆਂ ਔਰ ਇਹ ਚੀਜ਼ਾਂ ਨੂੰ ਜਾ ਕੇ ਅੱਜ ਮੈਂ ਐਡਰੈਸ ਕਰਨਾ ਚਾਹੁੰਦਾ, ਕਿਉਂਕਿ ਇਹਦੀ ਅਗੇਨ ਐਜੂਕੇਸ਼ਨ, ਨੌਲੇਜ ਅਤੇ ਇਨਫੋਰਮੇਸ਼ਨ ਦੀ ਲੋੜ ਹੈਗੀ ਆ। ਇਹ ਜਦ ਤੱਕ ਅਸੀਂ ਸਿਟੀ ਨੂੰ ਪ੍ਰੋਵਾਈਡ ਨਹੀਂ ਕਰਾਂਗੇ, ਬੰਦੇ ਅੱਗੇ ਨਹੀਂ ਆਉਣਗੇ, ਅਤੇ ਜੇ ਬੰਦੇ ਰੈਜ਼ੀਡੈਂਟ ਸਾਡੇ ਪਾਰਟੀਸਪੇਟ ਨਹੀਂ ਕਰਨਗੇ ਤਾਂ ਸਾਡੀ ਇਹ ਚੀਜ਼ਾਂ ਜਿਹੜੀਆਂ ਇਸ਼ੂਜ਼ ਸਟਿਲ ਸਟੈਂਡ ਰਹਿਣਗੇ। ਰਾਈਟ। ਸੋ ਵਿਜੇ ਜੀ, ਬਹੁਤ ਸ਼ੁਕਰੀਆ ਸਰ, ਧੰਨਵਾਦ। ਇਹਨੇ ਥੋੜ੍ਹੇ ਜਿਹੇ ਸਮੇਂ 'ਚ ਤੁਸੀਂ ਕਾਫੀ ਸਾਰੇ ਪੁਆਇੰਟਸ ਨੂੰ ਟੱਚ ਬੇਸ ਵੀ ਕੀਤਾ, ਔਰ ਆਈ ਹੋਪ ਕਿ ਜਿਹੜੇ ਤੁਹਾਡੇ ਵਾਰਡ 2 ਅਤੇ 6 ਦੇ ਜਿਹੜੇ ਸਾਡੇ ਸਰੋਤੇ ਹੋਣਗੇ ਉਹਨਾਂ ਨੂੰ ਤੁਹਾਡੀਆਂ ਗੱਲਾਂ ਉਹਨਾਂ ਤੱਕ ਪਹੁੰਚੀਆਂ ਹੋਣਗੀਆਂ ਅਤੇ ਉਹਨਾਂ ਨੂੰ ਫੈਸਲਾ ਕਰਨ ਦੇ ਲਈ ਹੈਲਪ ਮਿਲੇਗੀ। ਕੁਛ ਹੋਰ ਕਹਿਣਾ ਹੋਵੇ ਅਖੀਰ 'ਚ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਅਗੇਨ ਕਿ ਵੀ ਇਹ ਜਿਹੜਾ ਡਿਸਕਨੈਕਟ ਹੈ ਇਹਨੂੰ ਰੀਕਨੈਕਟ ਕਰਨ ਲਈ ਜਿੰਨੀਆਂ ਵੀ ਬਰੈਂਪਟਨ 'ਚ ਸੋਸ਼ਲ ਆਰਗੇਨਾਈਜੇਸ਼ਨਸ, ਕਮਿਊਨਿਟੀਜ਼ ਹੈਗੀਆਂ, ਉਹਨਾਂ ਨੂੰ ਰਿਕੁਐਸਟ ਕਰੂੰਗਾ ਕਿ ਉਹ ਆਪਣੀ ਜਿਹੜੀ ਹੈ ਐਕਟੀਵਿਟੀ ਵਧਾਉਣ ਅਤੇ ਸਿਟੀ ਦੇ ਵਿੱਚ ਜਿਹੜਾ
ਇਸ਼ੂਜ਼ ਹੈਗੇ ਆ ਰੈਜ਼ੀਡੈਂਟਸ ਦੇ, ਉਹਨਾਂ ਨੂੰ ਐਡਰੈਸ ਕਰਨ ਲਈ ਮੈਂ ਆਪਣਾ ਹੋਲ ਹਾਰਟਡਲੀ ਸਿਟੀ 'ਚ ਉਹਨਾਂ ਦੀ ਆਵਾਜ਼ ਬਣਾਂਗਾ ਔਰ ਇਹਨਾਂ ਚੀਜ਼ਾਂ ਨੂੰ ਮੈਂ ਕੰਪਲੀਟਲੀ ਐਡਰੈਸ ਕਰਾਵਾਂਗਾ ਤਾਂ ਕਿ ਇਹ ਜਿਹੜੇ ਇਸ਼ੂਜ਼ ਹੈ ਉਹ ਦੂਰ ਹੋ ਜਾਣ। ਜਿੰਨੇ ਰੂਟ ਲੈਵਲ ਦੇ ਇਸ਼ੂਜ਼ ਹੈ ਜੇ ਉਹ ਦੂਰ ਹੋ ਗਏ ਤਾਂ ਸਾਡੇ ਬਿਗ ਇਸ਼ੂਜ਼ ਦੂਰ ਹੋ ਜਾਣਗੇ। ਜਿਸ ਤਰ੍ਹਾਂ ਕਹਿੰਦੇ ਨਾ, ਇਫ ਯੂ ਟੇਕ ਕੇਅਰ ਆਫ ਪੈਨੀ ਡਾਲਰ ਵਿਲ ਬੀ ਟੇਕਨ ਕੇਅਰ, ਐਂਡ ਦੈਟ ਇਜ਼ ਮਾਈ ਮੇਨ ਆਬਜੈਕਟਿਵ। ਵੈਰੀ ਗੁੱਡ। ਹਾਂਜੀ, ਬਹੁਤ ਸ਼ੁਕਰੀਆ ਸਰ, ਤੇ ਆਪਣਾ ਕੰਟੈਕਟ ਇਨਫੋਰਮੇਸ਼ਨ ਜ਼ਰੂਰ ਸਾਂਝੀ ਕਰ ਦਿਓ ਅਗਰ ਕਿਸੇ ਨੇ ਤੁਹਾਡੇ ਨਾਲ ਗੱਲ ਕਰਨੀ ਹੋਵੇ। ਮੈਂ ਸਭ ਤੋਂ ਪਹਿਲਾਂ ਤਾਂ ਸਾਰੇ ਬ੍ਰੈਂਪਟੋਨੀਅਨਸ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਵੋਟ ਜ਼ਰੂਰ ਪਾਓ, ਕਿਉਂਕਿ ਵੋਟ ਤੁਹਾਡੀ ਕੀਮਤੀ ਹੈ, ਵੋਟ 'ਚ ਪਾਵਰ ਹੈਗੀ ਆ। ਇਹ ਚੇਂਜ ਦਾ ਟਾਈਮ ਹੈਗਾ, ਤੁਸੀਂ ਆਪਣੀ ਵੋਟ ਜ਼ਰੂਰ ਪਾਓ। ਅਤੇ ਮੇਰਾ ਪਲੈਟਫਾਰਮ ਚੰਗਾ ਲੱਗਿਆ ਤੁਹਾਨੂੰ ਅਤੇ ਮੈਨੂੰ ਸਪੋਰਟ ਕਰੋ ਔਰ ਮੈਨੂੰ ਵੋਟ ਪਾਓ। ਮੇਰਾ ਨੰਬਰ ਹੈਗਾ 4165299001। ਮੇਰੇ ਜਿਹੜਾ ਫਲਾਇਰ ਹੈਗਾ ਉੱਤੇ ਮੇਰਾ ਪਰਸਨਲ ਨੰਬਰ ਦਿੱਤਾ ਹੋਇਆ, ਮੇਰੀ ਈਮੇਲ ਦਿੱਤੀ ਹੋਈ ਹੈ। ਤੁਹਾਨੂੰ ਕੋਈ ਕੁਐਸਚਨ ਹੋਵੇ, ਤੁਹਾਨੂੰ ਕੋਈ ਇਸ਼ੂ ਹੋਵੇ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਮੈਨੂੰ ਈਮੇਲ ਕਰ ਸਕਦੇ ਹੋ vijaymayer@hotmail.com 'ਤੇ। ਮੇਰੀ ਵੈਬਸਾਈਟ ਹੈਗੀ ਹੈ vijaymayer.ca, ਤੁਹਾਨੂੰ ਉਹਦੇ 'ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਅਤੇ ਐਨੀ ਟਾਈਮ ਮੈਂ ਤੁਹਾਡੇ ਲਈ ਅਵੇਲੇਬਲ ਹੈਗਾ। ਵਿਜੇ ਜੀ ਬਹੁਤ ਸ਼ੁਕਰੀਆ ਅਤੇ ਤੁਹਾਡੇ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਸਰ। ਥੈਂਕ ਯੂ ਹਰਜਿੰਦਰ ਜੀ, ਅਤੇ ਥੈਂਕ ਯੂ ਬ੍ਰੈਂਪਟੋਨੀਅਨਸ, ਐਂਡ ਆਈ ਵਿਸ਼ ਕਿ ਵੀ ਇਸ ਵਾਰੀ ਤੁਸੀਂ ਸਾਰੇ ਪਾਰਟੀਸਪੇਟ ਕਰੋ ਔਰ ਬ੍ਰੈਂਪਟਨ 'ਚ ਚੇਂਜ ਲਿਆਓ। ਬਹੁਤ ਮਿਹਰਬਾਨੀ ਸਰ, ਧੰਨਵਾਦ ਜੀ। ਸੋ ਦੋਸਤੋ, ਇਹ ਸਨ ਵਿਜੇ ਮਾਇਰ ਹੋਰੀ, ਵਾਰਡਸ 2 ਐਂਡ 6 ਤੋਂ ਸਿਟੀ ਕਾਉਂਸਲਰ ਕੈਂਡੀਡੇਟ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਜੀ ਮੀਡੀਆ ਗਰੁੱਪ।